ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ੁਰਤ ਆਨ ਮਿਲਾਇਆ। ਪਸੂ ਪਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ੁਰਤ ਆਨ ਮਿਲਾਇਆ। ਪਸੂ ਪਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਆਵਰ ਸਾਹਿਬ ਕਮਾਲ, बारगाहे इनायत के मालिक, कलयुगी जीवों के उद्धार करता, साहिब सहाबा जोत रूप हर आप, महिमा दे मालिक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत, गुरुदेव जी की महान इनायत का सदका साडे सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शुरुआत करन दा बल भी साहिब जी ने नज़रे इनायत करदियां जिस स्थान दे दीदार ते स्नान दी बरकत जीवन दे सारे रोग ते सोग मिटा देंदी है। सचखंड श्री हरमंदर जी विखे प्राप्त होया है। सतगुरु जी दे दर तो निवाजे हुए कीर्तनियां तो बड़े प्रेम रस विच सर्वतर आशा पूर्ण करनहार श्री आशा की वार दे कीर्तन आपने प्रेम सहित सरवण कीते ने। फिर साहिब जी दे दर तो प्राप्त होए महाबोल सदाए खास हुक्मनामे दे रूप झोली च पवाए हैं। कुछ समा होर इन्हां अमृत बचनां दी पावन विचार राहीं मन गुरु चरनां नाल जुड़ सके, एकाग्रता अदब ते आनंद दी दात झोली च पै सके। इसलिए जितने माता भराता हाजरीन हाज़री भर रहे हो, पेशतर दोवां हत्थां नूं हिरदे दे सामने जोड़दियां
ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਸਤਿਗੁਰੂ ਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਇੱਕ ਵਾਰੀ ਫਿਰ ਤੋਂ ਗੁਰੂ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਕ੍ਰਾਂਤੀਕਾਰੀ ਬੋਲ ਪਾਰ ਬ੍ਰਹਮ ਪਰਮੇਸ਼ਵਰ ਦੀ ਮਹਾਨ ਸਦਾ ਅੰਮ੍ਰਿਤ ਬੋਲ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਤੋਂ ਪ੍ਰਾਪਤ ਹੋਏ ਹਨ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ 614 ਨੰਬਰ ਅੰਗ ਤੇ ਸੁਭਾਏਮਾਨ ਹਨ ਔਰ ਇਸ ਲੜੀ ਦੇ ਪਾਵਨ ਸ਼ਬਦਾਂ ਦਾ ਇਹ 21ਵਾਂ ਸ਼ਬਦ ਹੈ, 21ਵਾਂ ਬਚਨ ਹੈ, ਜਿਸ ਦੀਆਂ ਮਰਕਜ਼ੀ ਪੰਕਤੀਆਂ ਹਨ। ਪੂਰੇ ਗੁਰ ਕੀ ਦੇਖ ਵਡਾਈ, ਤਾਂ ਕਿ ਕੀਮਤ ਕਹਿਣ ਨਾ ਜਾਈ। ਆਪ ਫਰਮਾਨ ਕਰਦੇ ਨੇ, ਐ ਪੁਰਖਾ ਹੈ ਮਨੁੱਖ ਹੈ ਭਾਈ, ਪਾਰ ਬ੍ਰਹਮ ਪਰਮੇਸ਼ਵਰ ਦਾ ਸਾਖਸ਼ਾਤ ਰੂਪ, ਸਰਗੁਣ ਰੂਪ, ਉਸ ਦੀ ਵਡਿਆਈ ਇਤਨੀ ਵੱਡੀ ਹੈ, ਇਤਨੀ ਮਹਾਨ ਹੈ, ਉਸ ਦੀ ਮਹਿਮਾ ਕਿ ਉਸ ਵਰਗਾ ਹੋਰ ਕੋਈ ਹੈ ਨਹੀਂ, ਉਸ ਦੇ ਬਰਾਬਰ ਦਾ ਕੋਈ ਦੱਸਿਆ ਨਹੀਂ ਜਾ ਸਕਦਾ। ਉਸ ਦੀ ਤੁਲਨਾ ਨਹੀਂ ਹੋ ਸਕਦੀ, ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਤਾਂ ਕਿ ਕੀਮਤ ਕਹਿਣ ਨਾ ਜਾਈ। ਭਾਵ ਸਤਿਗੁਰੂ ਜੀ ਦੀ ਵਡਿਆਈ ਨੂੰ ਮਾਣਿਆ ਤਾਂ ਜਾ ਸਕਦਾ ਹੈ, ਅਨੁਭਵ ਕੀਤਾ ਜਾ ਸਕਦਾ ਹੈ, ਪਰ ਕੋਈ ਮਨੁੱਖ ਆਖੇ ਮੈਂ ਆਪਣੀ ਬੁੱਧੀ ਬਲ ਨਾਲ, ਆਪਣੀ ਰਸਨਾ ਨਾਲ, ਆਪਣੀਆਂ ਉਕਤੀਆਂ, ਜੁਗਤੀਆਂ, ਦਲੀਲਾਂ ਨਾਲ ਬਿਆਨ ਕਰ ਸਕਾਂਗਾ, ਤਾਂ ਇਹ ਬਿਲਕੁਲ ਇਸ ਤਰ੍ਹਾਂ ਹੀ ਔਖਾ ਹੈ ਜੈਸੇ ਸਾਗਰ ਨੂੰ ਕਲਾਵੇ ਵਿੱਚ ਭਰ ਕੇ ਚੁੱਕਣਾ ਔਖਾ ਹੈ। ਜੈਸੇ ਸੁਮੇਰ ਪਰਬਤ ਨੂੰ ਹਿਲਾਇਆ ਨਹੀਂ ਜਾ ਸਕਦਾ, ਸੂਰਜ ਨੂੰ ਬੁਝਾਇਆ ਨਹੀਂ ਜਾ ਸਕਦਾ, ਸਾਗਰ ਨੂੰ ਸੁਕਾਇਆ ਨਹੀਂ ਜਾ ਸਕਦਾ, ਬਿਲਕੁਲ ਹੂ ਬਹੂ ਇਸੇ ਤਰ੍ਹਾਂ ਗੁਰੂ ਦੀ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬਿਆਨ ਤੋਂ ਬਾਹਰੀ ਹੈ। ਫਿਰ ਮਹਾਰਾਜ ਜੀ ਸਾਰਾ ਕਾਰ ਵਿਹਾਰ ਕਰਦਿਆਂ ਹੋਇਆਂ, ਪਰਿਵਾਰ ਦੀ ਪਰਵਰਿਸ਼ ਕਰਦਿਆਂ, ਗ੍ਰਸਥ ਜੀਵਨ ਦਾ ਨਿਰਵਾਹ ਕਰਦਿਆਂ ਹੋਇਆਂ, ਜੇ ਕੋਈ ਗੁਰੂ ਦੇ ਨਾਮ ਨਾਲ ਜੁੜ ਜਾਏ ਤੇ ਮੁਕਤ ਹੋ ਜਾਂਦਾ। ਇਹ ਜਗਤ ਪ੍ਰਸਿੱਧ ਬੋਲ ਨੇ ਸਤਿਗੁਰੂ ਜੀ ਦੇ, ਫਰਮਾਨ ਕਰਦੇ ਹੋਏ ਸਾਡੀ ਮਾਮੂਲੀ ਝੋਲੀ ਨੂੰ ਮਾਲਾ ਮਾਲ ਕਰਦੇ ਨੇ। ਨਾਨਕ ਸਤਿਗੁਰ ਭੇਟੀਐ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਸਿੱਖ ਵਾਸਤੇ ਮਹਾਰਾਜ ਨੇ ਇਹ ਸਿਧਾਂਤ ਨਹੀਂ ਰੱਖਿਆ ਬਈ ਪਰਿਵਾਰ ਛੱਡ ਕੇ, ਕਾਰੋਬਾਰ ਛੱਡ ਕੇ, ਘਰ ਦੁਆਰ ਛੱਡ ਕੇ ਕਿਧਰੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰੇ, ਕਿਧਰੇ ਪਹਾੜਾਂ ਦੀਆਂ ਕੰਦਰਾਂ ਵਿੱਚ ਨਿਵਾਸ ਕਰੇ। ਬਹੁਤ ਸਾਰੇ ਲੋਕ ਚਲੇ ਵੀ ਗਏ, ਜੈਸੇ ਮਹਾਰਾਜ ਦੇ ਬਚਨ ਨੇ, ਦੇਸ ਛੋੜ
ਪਰਦੇਸੈ ਧਾਇਆ, ਪਰ ਮੁਕਤ ਨਹੀਂ ਹੋ ਸਕਿਆ, ਪੰਚ ਚੰਡਾਲ ਨਾਲੇ ਲੈ ਆਇਆ। ਇਹ ਗੁਰੂ ਪਾਤਸ਼ਾਹ ਦੀ ਵਡਿਆਈ ਹੈ। ਮੇਰੇ ਸਾਹਿਬ ਜੀ ਦੇ ਇਹ ਬੋਲ ਹਨ, ਪੁੱਤਰ ਕਲੱਤਰ ਵਿੱਚੇ ਗਤ ਪਾਈ, ਪਰਿਵਾਰ ਵਿੱਚ ਰਹਿੰਦਿਆਂ, ਕਾਰੋਬਾਰ ਕਰਦਿਆਂ, ਜੀਵਨ ਦੇ ਸਾਰੇ ਸੁੱਖ ਮਾਣਦਿਆਂ ਹੋਇਆਂ ਗੁਰੂ ਸਿੱਖ ਨੂੰ ਮੁਕਤ ਕਰ ਦਿੰਦਾ ਹੈ ਤੇ ਆਪਣੇ ਸਿੱਖ ਤੋਂ ਦੂਰ ਨਹੀਂ ਜਾਂਦਾ। ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤਹੁ ਨਾ ਜਾਏ। ਅਵਤਾਰਾਂ ਪੈਗੰਬਰਾਂ ਦਾ ਆਪਣਾ ਸਨਮਾਨਯੋਗ ਅਸਥਾਨ ਹੈ, ਮਹਾਂਪੁਰਖਾਂ ਦਾ ਆਪਣਾ ਸਨਮਾਨਯੋਗ ਅਸਥਾਨ ਹੈ, ਪਰ ਜੋ ਸਨਮਾਨ ਪੂਰੇ ਗੁਰੂ ਦਾ ਹੈ, ਉਸ ਤਰ੍ਹਾਂ ਦਾ ਸਨਮਾਨ ਹੋਰ ਕਿਸੇ ਦਾ ਨੇੜੇ ਤੇੜੇ ਵੀ ਨਹੀਂ ਦੇਖਿਆ ਜਾ ਸਕਦਾ। ਇਸ ਲਈ ਮੇਰੇ ਸਾਹਿਬ ਜੀ ਨੇ ਬੋਲ ਆਖੇ ਨੇ, ਪੂਰੇ ਗੁਰ ਕੀ ਦੇਖ ਵਡਾਈ, ਤਾਂ ਕਿ ਕੀਮਤ ਕਹਿਣ ਨਾ ਜਾਏ। ਫਿਰ ਸੇਵਕ ਤੇ ਜੋ ਸਤਿਗੁਰੂ ਨੇ ਤਰੁੱਠ ਕੇ ਮਿਹਰ ਕਰਕੇ ਨਿਵਾਜਿਸ਼ ਕੀਤੀ ਹੈ, ਇਹ ਨਿਵਾਜਿਸ਼ ਵੀ ਹੋਰ ਕਿਧਰੇ ਦਿਖਾਈ ਨਹੀਂ ਪੈਂਦੀ। ਤ੍ਰੇਤੇ ਦੇ ਮਹਾਨ ਅਵਤਾਰੀ ਪੁਰਸ਼ ਸ਼੍ਰੀ ਰਾਮ, ਉਹਨਾਂ ਦੇ ਸੇਵਕ ਹਨੂਮਾਨ, ਪਰ ਸ਼੍ਰੀ ਰਾਮ ਇਹ ਨਹੀਂ ਕਹਿ ਸਕੇ ਬਈ ਇਹ ਹਨੂਮਾਨ ਅਯੋਧਿਆ ਦਾ ਸਿੰਘਾਸਣ ਤੈਨੂੰ ਦਿੰਦੇ ਆ, ਤੂੰ ਹੁਣ ਰਾਮ ਹੋ ਗਿਆ ਤੇ ਮੈਂ ਸੇਵਕ ਹਨੂਮਾਨ ਹੋ ਗਿਆ। ਮਹਾਨ ਸੇਵਕ ਨੇ ਦੁਆਪਰ ਦੇ ਅਵਤਾਰੀ ਪੁਰਸ਼ ਸ਼੍ਰੀ ਕ੍ਰਿਸ਼ਨ ਜੀ ਦੇ ਅਰਜੁਨ, ਪਰ ਸੇਵਕ ਦਾ ਤੇ ਸੁਆਮੀ ਦਾ ਇੱਕ ਫਰਕ ਬਣਿਆ ਰਿਹਾ, ਮਿਟਾਇਆ ਨਹੀਂ ਜਾ ਸਕਿਆ। ਸੇਵਕ ਸੇਵਕ ਰਿਹਾ, ਸੁਆਮੀ ਸੁਆਮੀ ਰਿਹਾ, ਪਰ ਪੂਰੇ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਦੇਖੋ। ਜ਼ਿੰਦਗੀ ਦੇ 7 ਕੁ ਸਾਲ ਭਾਈ ਲਹਿਣਾ ਜੀ ਨੇ ਸੇਵਾ ਕੀਤੀ ਹੈ, ਸਾਰੀ ਜ਼ਿੰਦਗੀ ਨਹੀਂ ਕੀਤੀ, ਸਿਰਫ 7 ਸਾਲ। ਪਹਿਲਾਂ ਜਵਾਲਾਮੁਖੀ ਦੇ ਉਹ ਪੀੜ੍ਹੀਆਂ ਤੋਂ, ਖਾਨਦਾਨਾਂ ਤੋਂ ਪੁਜਾਰੀ ਸਨ ਔਰ ਬੜੇ ਵੱਡੇ ਪੈਰੋਕਾਰ ਸਨ। ਉਹਨਾਂ ਦੇ ਪਿਤਾ ਭਾਈ ਫੇਰੂ, ਬਾਬਾ ਫੇਰੂ ਬਹੁਤ ਵੱਡੇ ਜਥੇ ਦੇ ਮੁਖੀ ਸਨ, ਆਪਣੇ ਇਲਾਕੇ ਦੇ ਮੁਖੀ ਸਨ, ਦੇਵੀ ਦੇ ਪੂਜਕ ਸਨ। ਤੇ ਸਾਰਾ ਜੀਵਨ ਭਾਈ ਲਹਿਣਾ ਜੀ ਵੀ ਉਸ ਪਾਸੇ ਹੀ ਲਾ ਕੇ ਤੇ 7 ਸਾਲ ਬਾਕੀ ਦੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਚ ਹਾਜ਼ਰ ਹੋਏ ਤੇ ਸੇਵਾ ਵਿੱਚ ਜੁੜ ਗਏ ਤੇ ਫਿਰ ਸਭ ਕੁਝ ਭੁੱਲ ਗਿਆ। ਮਹਾਰਾਜ ਦੇ ਬੋਲ ਨੇ, ਤਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਿ ਨਿਕਟ ਨਾ ਆਵਤ ਕਾਲ। ਇਸ ਲਈ ਗੁਰੂ ਵਰਗੀ ਵਡਿਆਈ ਹੋਰ ਕੋਈ ਨਹੀਂ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ। ਮਹਾਰਾਜ ਕਹਿੰਦੇ ਨੇ ਉਸ ਨੂੰ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ। ਸੋ ਲਾਗਾ ਸੇਵ, ਕਿਤਨੇ ਮਹਾਬੋਲ ਨੇ ਮੇਰੇ ਸਾਹਿਬ ਜੀ ਦੇ। ਸੇਵਾ ਵਿੱਚ ਜੁੜੇ ਰਹੇ ਭਾਈ ਲਹਿਣਾ ਤੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਗੇ ਖੁਦ, ਅੰਗਦ ਅੰਗੇ ਖੁਦਾ ਬਣਾ ਦਿੱਤਾ ਤੇ ਆਪ ਮੱਥਾ ਟੇਕਣ ਲੱਗ ਪਏ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿੱਥੇ 2 ਦੇਸ਼ ਦੀਆਂ ਸਰਕਾਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ, ਸੰਗਤਾਂ ਦੀਆਂ ਅਰਦਾਸਾਂ ਨੂੰ ਭਾਗ ਲੱਗੇ ਤੇ ਕੋਰੀਡੋਰ ਬਣਿਆ, ਇਹ ਰਸਤਾ ਖੁੱਲ੍ਹ ਗਿਆ। ਇਹ ਹੁਣ ਥੋੜ੍ਹਾ ਜਿਹਾ ਇਹ ਕਰੋਨਾ ਕਾਲ ਖੰਡ ਕਰਕੇ ਇਹ ਰਸਤਾ ਹਾਲੇ ਮੇਰੇ ਖਿਆਲ ਪੂਰੀ ਤਰ੍ਹਾਂ ਨਹੀਂ ਖੁੱਲ੍ਹਿਆ। ਅਰਦਾਸ ਕਰੋ ਇਹ ਰਸਤਾ ਫਿਰ ਖੁੱਲ੍ਹ ਜਾਵੇ ਤੇ ਸੰਸਾਰ ਤੋਂ ਇਹ ਕਰੋਨਾ ਮਹਾਮਾਰੀ ਦਾ ਸਮੂਲ ਵਿਨਾਸ਼ ਹੋ ਜਾਏ, ਇਹ ਵੀ ਅਰਦਾਸ ਕਰੋ ਨਾਲ।
ਕਰਤਾਰਪੁਰ ਸਾਹਿਬ ਜੀ ਦੀ ਗਾਥਾ ਹੈ। ਗੁਰੂ ਨਾਨਕ ਭਾਈ ਲਹਿਣੇ ਦੀਆਂ ਆਪਣੇ ਸੇਵਕ ਦੀਆਂ ਪਰਿਕਰਮਾ ਕਰਨ ਲੱਗ ਪਏ। ਸੱਤੈ ਤੇ ਬਲਵੰਡ ਜੀ ਦੇ ਬੋਲ ਹਨ, ਲਹਿਣੇ ਦੀ ਫੇਰਾਈ ਐ ਨਾਨਕਾ ਦੋਹੀ ਖੱਟੀਐ, ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਕਿਸੇ ਹੱਦ ਤੱਕ ਮੈਡੀਕਲ ਸਾਇੰਸ ਇਸ ਗੱਲ ਵਿੱਚ ਸਫਲ ਹੋਈ ਵੀ ਇੱਕ ਬੰਦੇ ਦਾ ਖੂਨ ਦੂਜੇ ਬੰਦੇ ਨੂੰ ਚੜਾਇਆ ਜਾ ਸਕਦਾ, ਸਕਿਨ ਜਿਹੜੀ ਹੈ ਉਹ ਲਾਈ ਜਾ ਸਕਦੀ ਹੈ, ਬੋਨ ਮੈਰੋ ਅੱਖਾਂ ਆਦਿਕ ਡੋਨੇਟ ਹੋ ਜਾਂਦੀਆਂ ਨੇ। ਪਰ ਧਾਰਮਿਕ ਜਗਤ ਵਿੱਚ ਇਹ ਕ੍ਰਿਸ਼ਮਾ ਪਹਿਲੀ ਵਾਰੀ ਹੋਇਆ ਕਿ ਆਪਣਾ ਹਿਰਦਾ, ਆਪਣਾ ਆਪਾ ਕਿਸੇ ਦੂਜੇ ਸਰੀਰ ਵਿੱਚ ਰੱਖਿਆ ਜਾ ਸਕਦਾ। ਮਹਾਨ ਕ੍ਰਾਂਤੀਕਾਰੀ ਇਹ ਕ੍ਰਿਸ਼ਮਾ ਵਾਪਰਿਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਦੀ ਸਰਜ਼ਮੀਨ ਤੇ ਮੱਥਾ ਟੇਕਿਆ ਤੇ ਆਖਿਆ, ਵੇ ਲੈਣਿਆ ਅਸਾਂ ਤੁਹਾਡੇ ਸੇਵਕ ਹੋਏ ਗਏ, ਤੁਸਾਂ ਸਾਡੇ ਸੁਆਮੀ ਹੋਏ ਗਏ। ਜੇ ਵਡਿਆਈ ਕਿਧਰੇ ਦੁਨੀਆ ਤੇ ਹੋਰ ਹੈ, ਤੁਸੀਂ ਦੇਖੀ ਹੋਵੇ, ਸੁਣੀ ਹੋਵੇ, ਪੜ੍ਹਨ ਵਿੱਚ ਆਈ ਹੋਵੇ ਤੇ ਸਬੂਤ ਸਹਿਤ ਮੈਨੂੰ ਦੱਸ ਦੇਣਾ ਤੇ ਅੱਗੇ ਤੋਂ ਮੈਂ ਕਹਿ ਦਿਆ ਕਰਾਂਗਾ ਵੀ ਫਲਾਣੇ ਥਾਂ ਵੀ ਹੈ। ਪਰ ਦੁਨੀਆ 'ਚ ਕਿਧਰੇ ਵਡਿਆਈ ਦਿਖਾਈ ਨਹੀਂ ਪੈਂਦੀ। ਇਸ ਲਈ ਮੇਰੇ ਸਾਹਿਬ ਸਾਨੂੰ ਸੁਚੇਤ ਕਰਦੇ ਹੋਇਆਂ ਫਰਮਾਨ ਕਰਦੇ ਨੇ, ਪੁਰਖਾ ਪੂਰੇ ਗੁਰ ਕੀ ਦੇਖ ਵਡਾਈ। ਮੱਥਾ ਟੇਕਣਾ ਸੁਭਾਗਾ ਹੈ, ਮਹਾਰਾਜ ਜੀ ਦੀਆਂ ਪਰਿਕਰਮਾ ਕਰਨੀਆਂ ਸੁਭਾਗੀਆਂ ਨੇ, ਸੇਵਾ ਕਰਨੀ ਜੋੜਿਆਂ ਆਦਿਕ ਦੀ ਸੁਭਾਗੀ ਹੈ। ਪਰ ਜਿਤਨੀ ਦੇਰ ਗੁਰੂ ਦੀ ਵਡਿਆਈ ਦਾ ਬੋਧ ਨਾ ਹੋਵੇ, ਉਤਨੀ ਦੇਰ ਪੂਰੀ ਸਫਲਤਾ ਨਹੀਂ ਮਿਲਦੀ, ਪੂਰੀ ਬਰਕਤ ਝੋਲੀ 'ਚ ਨਹੀਂ ਪੈਂਦੀ। ਇਸ ਲਈ ਗੁਰੂ ਕੋਲੋਂ ਮੰਗਣਾ ਚਾਹੀਦਾ ਹੈ ਕਿ ਜਿਵੇਂ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ 'ਚ ਅਨੰਨ ਸੇਵਕ ਭਾਈ ਸਾਹਿਬ ਭਾਈ ਨੰਦ ਲਾਲ ਹਾਜ਼ਰ ਹੋਏ, ਮੱਥਾ ਟੇਕਿਆ, ਪਰਿਕਰਮਾ ਕੀਤੀਆਂ ਤੇ ਖੜੇ ਹੋ ਕੇ ਕਹਿਣ ਲੱਗੇ, ਮਹਾਰਾਜ ਮੈਨੂੰ ਨੇਤਰ ਚਾਹੀਦੇ ਨੇ, ਮੈਨੂੰ ਅੱਖਾਂ ਦਿਓ, ਮੈਨੂੰ ਨੇਤਰ ਬਖਸ਼ੋ। ਤੇ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ, ਭਾਈ ਜੀ ਤੁਹਾਡੀਆਂ ਅੱਖਾਂ ਹੈ ਤਾਂ ਸਹੀ ਨੇ, ਕਿੰਨੇ ਸੋਹਣੇ ਤੁਹਾਡੇ ਨੇਤਰ ਨੇ, ਸਾਰਾ ਕੁਝ ਤੁਹਾਨੂੰ ਦਿਖਾਈ ਪੈਂਦਾ ਹੈ, ਹੋਰ ਕਿਸ ਤਰ੍ਹਾਂ ਦੇ ਨੇਤਰ ਤੁਹਾਨੂੰ ਚਾਹੀਦੇ ਨੇ। ਤੇ ਭਾਈ ਨੰਦ ਲਾਲ ਕਹਿਣ ਲੱਗੇ, ਹੇ ਕਲਗੀ ਵਾਲੇ ਪਾਤਸ਼ਾਹ, ਇਹ ਨੇਤਰਾਂ ਨਾਲ ਤਾਂ ਸਭ ਕੁਝ ਹੀ ਦਿਖਦਾ ਹੈ, ਪਾਵਨ ਆਪ ਜੀ ਦਾ ਦੀਦਾਰ ਵੀ ਹੋ ਰਿਹਾ, ਪਰ ਮੈਨੂੰ ਨੇਤਰਾਂ ਵਿੱਚ ਉਹ ਦ੍ਰਿਸ਼ਟੀ ਮਿਲ ਜਾਏ ਕਿ ਤੁਹਾਡੀ ਵਡਿਆਈ ਦਾ ਬੋਧ ਹੋ ਜਾਏ, ਤੁਸੀਂ ਕਿਤਨੇ ਵੱਡੇ ਹੋ। ਮਹਾਰਾਜ ਨੇ ਬਹੁਤ ਵਡਿਆਈ ਦਾ ਜ਼ਿਕਰ ਕੀਤਾ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਮਹਾਰਾਜ ਦੇ ਬੋਲ ਨੇ, ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਮੈਂ ਤੁਹਾਡੀ ਵਡਿਆਈ ਨੂੰ ਦੇਖ ਸਕਾਂ, ਸਮਝ ਸਕਾਂ ਤੇ ਮਾਣ ਸਕਾਂ। ਮਹਾਰਾਜ ਮੈਨੂੰ ਉਹ ਦ੍ਰਿਸ਼ਟੀ ਦੇ ਦਿਓ। ਦਰ ਸਰਮ ਅਜ਼ ਇਸ਼ਕੇ ਸੌਦਾ ਇਹ ਵੀ ਦੇ, ਮਹਾਰਾਜ ਇੱਕ ਹੋਰ ਕਿਰਪਾ ਮੇਰੇ ਤੇ ਕਰ ਦੇਵੋ। ਮੈਂ ਜਿੱਧਰੋਂ ਲੰਘਦਾ ਨਾ, ਲੋਕੀ ਮੇਰੀ ਬੜੀ ਤਾਰੀਫ ਦੀਆਂ ਗੱਲਾਂ ਕਰਦੇ ਨੇ, ਵੀ ਬੜਾ ਆਲਮ ਫਾਜ਼ਲ ਹੈ ਨੰਦ ਲਾਲ, ਬੜਾ ਵਿਦਵਾਨ ਹੈ, ਮਨਜ਼ੂਰੇ ਨਜ਼ਰ ਹੈ, ਹੋਰ ਬੜੇ ਕੁਝ ਲਕਬ ਲਾ ਕੇ ਮੇਰੀ ਵਡਿਆਈ ਕਰਨ ਲੱਗ ਪੈਂਦੇ ਨੇ। ਤੇ ਮਹਾਰਾਜ ਕਹਿਣ ਲੱਗੇ, ਹੋਰ ਕੀ ਚਾਹੀਦਾ, ਬੰਦਾ ਇਹੀ ਤਾਂ ਮੰਗਦਾ। ਅੱਜ ਤੁਸੀਂ ਦੇਖ ਲਓ ਸਾਰੀ ਦੁਨੀਆ ਵਿੱਚ ਜਿਹੜਾ ਵੱਡਾ ਰੌਲਾ ਪਿਆ ਹੋਇਆ ਨਾ, ਉਹ ਇਸ ਗੱਲ ਦਾ ਪਿਆ ਹੋਇਆ ਵੀ ਮੈਂ ਵੱਡਾ ਹਾਂ, ਦੂਜਾ ਕੁਛ ਵੀ ਨਹੀਂ।
ਦੂਜੇ ਨੂੰ ਕੀ ਪਤਾ ਹੈ, ਉਸ ਨੂੰ ਕੀ ਆਉਂਦਾ ਹੈ। ਮੈਨੂੰ ਸਭ ਕੁਝ ਆਉਂਦਾ, ਮੈਂ ਸਭ ਕੁਝ ਜਾਣਦਾ। ਮੇਰਾ ਗਿਆਨ ਵੱਡਾ, ਮੇਰੀ ਸਮਝ ਵੱਡੀ, ਮੇਰਾ ਖਾਨਦਾਨ ਵੱਡਾ, ਮੇਰੀ ਕੁੱਲ ਵੱਡੀ। ਤੇ ਜਦੋਂ ਸਮਝ ਆ ਜਾਂਦੀ ਹੈ ਫਿਰ ਮਨੁੱਖ ਕਹਿ ਦਿੰਦਾ ਨਹੀਂ, ਮੈਂ ਤੇ ਬਹੁਤ ਛੋਟਾ ਹਾਂ, ਮੇਰਾ ਗੁਰੂ ਸਭ ਤੋਂ ਵੱਡਾ ਹੈ। ਵੱਡੇ ਕੀਆਂ ਵਡਿਆਈਆਂ ਕਿਸ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਲੋਕੀ ਬੜਾ ਵਡਿਆਉਂਦੇ ਨੇ, ਤੇ ਸਾਹਿਬ ਆਖਣ ਲੱਗੇ ਭਾਈ ਜੀ ਇਹੀ ਤਾਂ ਲੋਕੀ ਚਾਹੁੰਦੇ ਨੇ। ਤੁਹਾਨੂੰ ਮਿਲ ਗਿਆ, ਤੁਹਾਨੂੰ ਸਾਰੇ ਕਹਿਣ ਲੱਗ ਪਏ ਕਿ ਨਹੀਂ ਗੁਰੂ ਪਿਤਾ, ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਮੇਰੇ ਮਸਤਕ ਵਿੱਚ ਤੁਹਾਡਾ ਇਤਨਾ ਪ੍ਰੇਮ ਬਰਸ ਜਾਏ ਕਿ ਜਿੱਧਰੋਂ ਮੈਂ ਜਾਵਾਂ ਲੋਕੀ ਕਹਿਣੇ ਨੰਦ ਲਾਲ ਤੇ ਪਾਗਲ ਹੋਇਆ ਫਿਰਦਾ। ਕਿਧਰੇ ਪਾਗਲਪਨ ਮਿਲ ਜਾਵੇ ਨਾ ਤੇ ਦੁਨੀਆ ਦੇ ਕਰੋੜ ਸਾਇੰਟਿਸਟਾਂ ਤੋਂ ਵਧੀਆ ਹੈਗਾ ਜੇ ਇਹ ਪਾਗਲਪਨ ਮਿਲ ਜਾਏ, ਜਿਸ ਨੂੰ ਮਹਾਰਾਜ ਆਪਣੀ ਬਾਣੀ 'ਚ ਫਰਮਾਨ ਕਰਦੇ ਨੇ, ਪਿਆ ਦੀਵਾਨਾ ਸਾਹ ਕਾ ਨਾਨਕ ਬੌਰਾਨਾ, ਲੋਗ ਕਹੈ ਕਬੀਰ ਬੌਰਾਨਾ, ਕਬੀਰ ਕਾ ਮਰਮ ਰਾਮ ਪਹਿਚਾਨਾ। ਲੋਕੀ ਤੇ ਕਹਿੰਦੇ ਨੇ ਬਈ ਇਹ ਪਾਗਲ ਹੋ ਗਿਆ। ਹੇ ਪ੍ਰਭੂ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਬਖਸ਼ਿਸ਼ ਦੀ ਨਜ਼ਰ ਕਰ ਦੇਵੋ, ਸਿਰ ਤੇ ਮਿਹਰ ਭਰਿਆ ਹੱਥ ਰੱਖ ਦੇਵੋ, ਤੇ ਮੈਂ ਜਿੱਧਰੋਂ ਲੰਘਾਂ ਲੋਕੀ ਕਹਿਣ ਇਹ ਤਾਂ ਪਾਗਲ ਹੋ ਗਿਆ, ਪਾਗਲ ਨੰਦ ਲਾਲ ਜਾ ਰਿਹਾ। ਯਾ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ, ਦਰ ਸ਼ਰਮ ਅਜ਼ ਇਸ਼ਕੇ ਸੌਦਾ ਇਹ ਵੀ ਦੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ। ਹੇ ਗੁਰੂ, ਮੈਨੂੰ ਤੇਰੀ ਵਡਿਆਈ ਕਰਨ ਦਾ ਸ਼ੌਕ ਪ੍ਰਾਪਤ ਹੋਵੇ। ਜਿਵੇਂ ਕਈਆਂ ਨੂੰ ਆਪਣੀ ਵਡਿਆਈ ਦਾ ਸ਼ੌਕ ਹੁੰਦਾ ਨਾ, ਆਪਣੇ ਮੂੰਹ ਆਪ ਹੀ ਮੀਆਂ ਮਿੱਠੂ ਬਣ ਜਾਂਦੇ ਨੇ। ਮੈਂ ਕੀਤਾ, ਮੈਂ ਕੀਤਾ, ਮੈਂ ਕਰ ਲੈਣਾ, ਮੈਨੂੰ ਇਹ ਆਉਂਦਾ। ਕੋਈ ਨਾ ਕਰੇ ਆਪੇ ਹੀ ਕਰਨ ਲੱਗ ਪੈਂਦੇ। ਬੜਾ ਸ਼ੌਕ ਹੁੰਦਾ ਆਪਣੀ ਵਡਿਆਈ ਕਰਨ ਦਾ ਤੇ ਕਰਾਉਣ ਦਾ, ਬਈ ਕੋਈ ਮੇਰਾ ਨਾਮ ਲਵੇ। ਭਾਈ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ। ਮੇਰੇ ਦਿਲ ਨੂੰ ਇਹ ਸ਼ੌਕ ਬਣ ਜਾਏ, ਚਾਹ ਬਣ ਜਾਏ, ਮੈਂ ਨਿਤਨੇਮ ਕਰਾਂ ਪਰ ਚਾਹ ਨਾਲ ਕਰਾਂ। ਅੰਮ੍ਰਿਤ ਵੇਲੇ ਜਾਗਣ ਦਾ ਚਾਅ ਪੈਦਾ ਹੋਵੇ, ਅੰਮ੍ਰਿਤ ਵੇਲੇ ਜਾਗਣ ਦਾ ਸ਼ੌਕ ਪੈਦਾ ਹੋਵੇ। ਹੇ ਗੁਰੂ, ਤੇਰੀ ਮਿਹਰ ਹੋਵੇ, ਮੈਂ ਬੱਧਾ ਚੱਟੀ ਨਾ ਕਰਾਂ ਬਈ ਹਾਏ ਮਰ ਗਏ ਹੁਣ ਤੇ ਕਰਨਾ ਹੀ ਪੈਣਾ, ਕੀ ਕਰੀਏ। ਤੇ ਛੇਤੀ ਮੁਕਾ ਦਿਓ। ਫਿਰ ਬੰਦਾ ਮੁਕਾਉਣ ਲੱਗ ਪੈਂਦਾ ਹੈ ਬਈ ਜਪਜੀ ਸਾਹਿਬ ਤਾਂ 5 ਮਿੰਟਾਂ 'ਚ ਹੀ ਪੂਰਾ ਕਰਨਾ, 6-7 ਮਿੰਟ ਜਾਪ ਸਾਹਿਬ ਵਿੱਚ। ਜਾਪ ਸਾਹਿਬ ਪੜ੍ਹਨਾ ਨਹੀਂ, ਸ਼ੌਕ ਨਹੀਂ ਹੈ, ਮੁਕਾਉਣ ਵਾਲੇ ਪਾਸੇ ਚੱਲੇ ਵੀ ਛੇਤੀ ਮੁਕਾਓ, ਕੰਮ ਮੁੱਕ ਜਾਵੇ। ਮਹਾਰਾਜ ਮੈਂ ਨਿਤਨੇਮ ਕਰਾਂ, ਸ਼ੌਕ ਨਾਲ ਕਰਾਂ, ਸੇਵਾ ਕਰਾਂ, ਚਾਅ ਨਾਲ ਕਰਾਂ, ਤੁਹਾਨੂੰ ਮੱਥਾ ਟੇਕਾਂ ਤੇ ਮਨ ਵਿੱਚ ਉਤਸ਼ਾਹ ਹੋਵੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰ ਗਲੋਂ ਅਜ਼ ਬੰਦਗੀ ਰਾ ਤੋਕ ਦੇ। ਤੇ ਮੇਰੇ ਗਲੇ ਵਿੱਚ ਤੇਰੀ ਬੰਦਗੀ ਦੀ ਮਾਲਾ ਪੈ ਜਾਏ, ਪੱਟਾ ਪੈ ਜਾਏ। ਮਹਾਰਾਜ ਜੀ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਨੇ, ਤੈਨੂੰ ਭਾਈ ਨੰਦ ਲਾਲ ਗੁਰੂ ਸਮਝ ਬਖਸ਼ੇ, ਤੈਨੂੰ ਸਮਝ ਆ ਜਾਏ। ਫਿਰ ਕਈ ਵਾਰੀ ਸਮਝ ਤੇ ਆ ਜਾਂਦੀ ਹੈ, ਮਨ ਮੰਨ ਲੈਂਦਾ ਹੈ ਗੱਲ ਨੂੰ, ਪਰ ਸੰਸਾਰ ਸਹਿਮਤੀ ਨਹੀਂ ਵਿਅਕਤ ਕਰਦਾ। ਸੰਸਾਰ ਨੇ ਬੜੇ ਅਵਤਾਰਾਂ ਨਾਲ ਸਹਿਮਤੀ ਵਿਅਕਤ ਨਹੀਂ ਕੀਤੀ।
ਤੁਸੀਂ ਦੇਖ ਲਓ ਸ਼੍ਰੀ ਰਾਮ ਨਾਲ ਦੂਰ ਕਿਉਂ ਜਾਈਏ, ਮੰਤਰਾ ਨੇ ਤੇ ਕੈਕੇਈ ਨੇ ਕੋਈ ਸਹਿਮਤੀ ਵਿਅਕਤ ਥੋੜੀ ਕੀਤੀ ਹੈ, ਬੜੀ ਵੱਡੀ ਅਸਹਿਮਤੀ ਹੈ, ਘਰ ਵਿੱਚ ਹੀ ਅਸਹਿਮਤੀ ਹੈ। ਬੜਾ ਸੋਹਣਾ ਅਯੁੱਧਿਆ ਦਾ ਦਰੋ ਦੀਵਾਰ ਸਜਾਇਆ ਹੋਇਆ ਸੀ, ਸਾਰੇ ਪਾਸੇ ਅਨਾਉਂਸਮੈਂਟ ਹੋ ਚੁੱਕੀ ਸੀ ਵੀ ਕੱਲ ਨੂੰ ਸਵੇਰੇ ਸਵੇਰੇ ਅਯੁੱਧਿਆ ਦੇ ਰਾਜ ਸਿੰਘਾਸਣ ਤੇ ਸ੍ਰੀ ਰਾਮ ਬੈਠਣਗੇ। ਬੜੇ ਨੇੜੇ ਨੇੜੇ ਦੂਰ ਦੂਰ ਦੀਆਂ ਰਿਆਸਤਾਂ ਦੇ ਰਾਜੇ ਵੀ ਆਏ ਹੋਏ ਸਨ ਤੇ ਸਾਰੇ ਸਹਿਮਤ ਦਿਖਾਈ ਪੈ ਰਹੇ ਸਨ। ਅਯੁੱਧਿਆ ਦੇ ਸਾਰੇ ਨਰ ਨਾਰ ਸਹਿਮਤ ਦਿਖਾਈ ਪੈ ਰਹੇ ਸਨ। ਪਰ ਕੈਕੇਈ ਨੇ ਕਹਿ ਦਿੱਤਾ, ਮੰਤਰਾ ਨੇ ਕਹਿ ਦਿੱਤਾ ਵੀ ਜੋ ਮਰਜ਼ੀ ਹੋਵੇ, ਅਯੁੱਧਿਆ ਦਾ ਰਾਜਾ ਰਾਮ ਨਹੀਂ ਹੋਣਾ ਚਾਹੀਦਾ ਔਰ ਕਮ ਅਜ਼ ਕਮ 14 ਸਾਲ ਦਾ ਬਨਵਾਸ ਦੇ ਦਿਓ। ਉਹੀ ਹੋਇਆ। ਪਰਿਵਾਰ ਦੇ ਲੋਕ ਹੀ ਸਹਿਮਤ ਨਹੀਂ ਹੋਏ। ਰਾਵਣ ਵੀ ਇਸ ਲਈ ਜੰਗ ਲਈ ਤਿਆਰ ਹੋ ਗਿਆ ਵੀ ਇਹਨਾਂ ਦੇ ਨਾਲ ਕੌਣ ਹੈਗਾ, ਇਹਨਾਂ ਦੇ ਤੇ ਪਰਿਵਾਰ ਹੀ ਸਹਿਮਤ ਨਹੀਂ। ਪਰ ਸੱਚ ਜਾਣਨਾ ਇਹ ਸੰਸਾਰ ਤੇ ਚੱਲਦਾ ਰਹਿੰਦਾ ਹੈ। ਸਕਾ ਮਾਮਾ ਹੈ ਕੰਸ ਸ੍ਰੀ ਕ੍ਰਿਸ਼ਨ ਜੀ ਦਾ, ਪਰ ਨਹੀਂ ਸਹਿਮਤ, ਜੰਗ ਯੁੱਧ ਕਰਦਾ ਰਿਹਾ। ਜਰਾਸੰਧ ਯੁੱਧ ਕਰਦਾ ਰਿਹਾ। ਜਰਾਸੰਧ ਦਾ ਨਗਰ ਉੱਥੇ ਪਟਨਾ ਸਾਹਿਬ ਤੋਂ ਅੱਗੇ ਨਾਲ ਹੀ ਹੈ, ਰਾਜਗੀਰ, ਉੱਥੋਂ ਦਾ ਰਾਜਾ ਸੀ ਜਰਾਸੰਧ। ਚੰਡ ਕੌਸ਼ਿਕ ਰਿਸ਼ੀ ਦੇ ਵਰਦਾਨ ਨਾਲ ਇਹਦਾ ਜਨਮ ਹੋਇਆ। ਜਰਾ ਨਾਮ ਦੀ ਤਪਸਵਿਨੀ ਨੇ ਇਹਦੇ 2 ਟੁਕੜੇ ਸਰੀਰ ਨੂੰ ਇੱਕ ਕੀਤਾ। ਬਹੁਤ ਵੱਡਾ ਵਿਰੋਧ ਰਿਹਾ ਸ੍ਰੀ ਕ੍ਰਿਸ਼ਨ ਦੇ ਨਾਲ। ਜੇ ਸਮਝ ਨਾ ਹੋਵੇ ਤਾਂ ਫਿਰ ਬੰਦਾ ਵਿਰੋਧ ਹੀ ਕਰਦਾ। ਮੈਂ ਅਰਜ਼ ਕਰਨਾ ਚਾਹੁੰਦਾ, ਇਹ ਦੁਨੀਆ ਵਿੱਚ ਇੱਕ ਐਸੀ ਕੌਮ ਹੈ ਜਿਹਨੂੰ ਸਾਰੀ ਦੁਨੀਆ ਦਾਨੀਆਂ ਦੀ ਕੌਮ ਕਹਿੰਦੀ ਹੈ। ਬਈ ਇਹਨਾਂ ਵਰਗਾ ਦਾਨੀ ਕੋਈ ਨਹੀਂ। ਸਾਰੀ ਦੁਨੀਆ ਬਰੇਵੈਸਟ ਕਮਿਊਨਿਟੀ ਆਫ ਦਾ ਵਰਲਡ, ਇਹਨਾਂ ਵਰਗਾ ਬਹਾਦਰ ਕੋਈ ਨਹੀਂ। ਸਾਰਾ ਗੜੀ ਵਰਗੇ ਮੈਦਾਨ ਦੀਆਂ ਗਾਥਾਵਾਂ ਸਾਬਤ ਕਰਦੀਆਂ ਨੇ, ਇਹਨਾਂ ਵਰਗਾ ਬਹਾਦਰ ਕੋਈ ਨਹੀਂ। ਦੁਨੀਆ 'ਚ ਕਿਤੇ ਆਪਦਾ ਆ ਜਾਵੇ, ਮੁਸੀਬਤ ਆ ਜਾਵੇ, ਮਨੁੱਖਤਾ ਤੇ ਕਸ਼ਟ ਆ ਜਾਵੇ, ਕੋਈ ਸਰਕਾਰ ਪਹੁੰਚੇ ਨਾ ਪਹੁੰਚੇ, ਪਰ ਸਭ ਤੋਂ ਪਹਿਲਾਂ ਦਵਾਈਆਂ ਲੈ ਕੇ, ਭੋਜਨ ਲੈ ਕੇ, ਬਸਤਰ ਲੈ ਕੇ ਦੁਨੀਆ ਵਿੱਚ ਜੇ ਸਭ ਤੋਂ ਪਹਿਲਾਂ ਕੋਈ ਪਹੁੰਚਦਾ ਹੈ ਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਪਹੁੰਚਦਾ। ਤੁਸੀਂ ਪਹੁੰਚ ਜਾਂਦੇ ਉੱਥੇ ਜਿੱਥੇ ਕੋਈ ਵੀ ਨਹੀਂ ਪਹੁੰਚਦਾ। ਸਾਰੀ ਦੁਨੀਆ 'ਚ ਬਹਾਦਰੀ ਦੇ ਕਿੱਸੇ ਨਹੀਂ, ਪੂਰੇ ਵੱਡੇ ਵੱਡੇ ਗ੍ਰੰਥ ਹੈਗੇ ਨੇ। ਭਾਰਤ ਦੀ ਆਜ਼ਾਦੀ ਵਿੱਚ ਇਤਨਾ ਵੱਡਾ ਬਲੀਦਾਨ ਸਾਰਿਆਂ ਦਾ ਸਹਿਯੋਗ ਹੈ ਕਿ ਜੋ ਕਿਸੇ ਨੇ ਆਪਣਾ ਆਪਣਾ ਸਹਿਯੋਗ ਦਿੱਤਾ, ਕਿਸੇ ਨੇ ਧਨ ਦਿੱਤਾ, ਕਿਸੇ ਨੇ ਸਮਝ ਦਿੱਤੀ, ਕਿਸੇ ਨੇ ਆਪਣੀ ਬੁੱਧੀ ਵਰਤੀ। ਪਰ ਸੱਚ ਜਾਣਨਾ, ਸਾਹਮਣੇ ਆ ਕੇ ਭਾਰਤ ਦੀ ਆਜ਼ਾਦੀ ਵਾਸਤੇ ਅਗਰ ਕਿਸੇ ਕੌਮ ਨੇ ਆਪਣੇ ਖੂਨ ਦੇ ਦਰਿਆ ਵਗਾ ਦਿੱਤੇ, ਉਹ ਹੋਰ ਕੋਈ ਕੌਮ ਨਹੀਂ, ਉਹ ਸਿੱਖ ਕੌਮ ਹੈ। ਪਰ ਸਾਧ ਸੰਗਤ ਇਸ ਵਡਿਆਈ ਨੂੰ ਸਮਝਿਆ ਨਹੀਂ ਗਿਆ। ਅੱਜ ਦਾ ਦਿਨ ਉਹ ਦਿਨ ਹੈ ਜਿਸ ਦਿਨ ਦਿੱਲੀ ਦੀਆਂ ਸੜਕਾਂ ਤੇ 3000 ਤੋਂ ਵੱਧ ਸਿੱਖਾਂ ਦੇ ਕਤਲ ਗਲਾਂ 'ਚ ਟਾਇਰ ਪਾ ਪਾ ਕੇ ਕਰ ਦਿੱਤੇ ਤੇ ਨਾਂ ਦਿੱਤਾ ਗਿਆ ਜੀ ਦੰਗਾ ਹੋ ਗਿਆ ਜੀ। ਕਾਨਪੁਰ ਵਿੱਚ ਦੰਗਾ ਹੋ ਗਿਆ ਜੀ, ਬੋਕਾਰੋ ਵਿੱਚ ਦੰਗਾ ਹੋ ਗਿਆ। ਦੰਗਾ ਨਹੀਂ ਹੈ। ਮੈਂ ਅਰਜ਼ ਕਰਾਂ, ਇਸ ਵਡਿਆਈ ਨੂੰ ਸਮਝਿਆ ਨਹੀਂ ਗਿਆ। ਇਹ ਤਾਂ ਸਾਰੀ ਨਸਲ ਕੁਸ਼ੀ ਦੀ ਖੇਡ ਹੈ। ਜਦੋਂ ਮਰਜ਼ੀ ਕੋਈ ਇਹਦੀ ਜਾਂਚ ਕਰ ਲੈ। ਸ਼ਾਇਦ ਜੈਲਸ ਹੈ, ਸ਼ਾਇਦ ਈਰਖਾ ਹੈ, ਗੁਰੂ ਧਾਮਾਂ ਤੇ ਹਮਲਾਵਰ ਬਣ ਕੇ ਆਉਣਾ। ਪਰ ਇੱਕ ਗੱਲ ਨਾਲ ਹੈਗੀ ਹੈ, ਜਦ ਵੀ ਕੋਈ ਸਤਿਗੁਰੂ ਜੀ ਦੇ ਘਰ ਵੱਲ, ਸ੍ਰੀ ਅਕਾਲ ਤਖਤ ਸਾਹਿਬ ਵੱਲ ਮਾੜੀ ਨਜ਼ਰ ਨਾਲ ਦੇਖਦਾ ਹੈ,
ਫਿਰ ਉਹ ਆਪਣਾ ਸਿਰ ਹੀ ਗਵਾ ਲੈਂਦਾ ਹੈ, ਆਪਣਾ ਜੀਵਨ ਹੀ ਖਤਮ ਕਰ ਲੈਂਦਾ ਹੈ। ਬਚਦਾ ਨਹੀਂ, ਅੱਜ ਤੱਕ ਬਚਿਆ ਕੋਈ ਨਹੀਂ। ਇਤਿਹਾਸ ਦੁਨੀਆ ਦੇ ਸਾਹਮਣੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਵਡਿਆਈ ਨੂੰ ਸਮਰਪਿਤ ਹੁੰਦਿਆਂ ਤੁਸਾਂ ਜੈਕਾਰਾ ਬੁਲਾਇਆ। ਮੇਰਾ ਮਨ ਕਰਦਾ ਹੈ ਇੱਕ ਜੈਕਾਰਾ ਸਾਰੀ ਸੰਗਤ ਮਿਲ ਕੇ ਗਜਾਓ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਇੱਕ ਆਮ ਤਖਤ ਨਹੀਂ ਹੈ। ਅਕਾਲ ਪੁਰਖ ਦੀ ਬਾਰਗਾਹ ਦਾ ਤਖਤ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਗਟ ਕੀਤਾ ਹੈ। ਦਰਗਾਹ ਤੋਂ ਇਹ ਤਖਤ ਆਇਆ ਹੈ। ਜਿਵੇਂ ਸਤਿਗੁਰੂ ਗੁਰੂ ਨਾਨਕ ਆਏ ਨੇ, ਜਿਵੇਂ ਬਾਣੀ ਦਰਗਾਹ ਤੋਂ ਆਈ ਹੈ, ਸ੍ਰੀ ਅਕਾਲ ਤਖਤ ਸਾਹਿਬ ਦਰਗਾਹ ਤੋਂ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਆਏ ਨੇ। ਔਰ ਆਖਿਆ ਇਸ ਤਖਤ ਦਾ ਮੁਕਾਬਲਾ ਕੋਈ ਨਹੀਂ, ਕਿਉਂਕਿ ਸੱਚ ਦੀ ਸਦਾ, ਨਿਮਾਣੇ ਦਾ ਮਾਣ ਬਣਨਾ, ਕਮਜ਼ੋਰ ਦਾ ਬਲ ਬਣਨਾ, ਲਾਗਰ ਦੀ ਬਾਂਹ ਪਕੜ ਲੈਣੀ। ਇਤਿਹਾਸ ਭਰਿਆ ਪਿਆ ਗਾਥਾਵਾਂ ਨਾਲ। ਕੋਈ ਵੀ ਆਇਆ, ਸ੍ਰੀ ਅਕਾਲ ਤਖਤ ਸਾਹਿਬ ਨੇ ਮਜ਼ਬੂਤੀ ਨਾਲ ਬਾਂਹ ਪਕੜੀ ਹੈ। ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਭਾਵੇਂ ਬਹਿਰੂਨੀ, ਭਾਵੇਂ ਸਿਧਾਂਤਕ ਅਗਰ ਕੋਈ ਹਮਲਾ ਕਰਦਾ ਹੈ ਤੇ ਫਿਰ ਦੇਖਣ ਵਿੱਚ ਆਇਆ ਅਕਾਲ ਤਖਤ ਸਾਹਿਬ ਜਿੱਥੇ ਮਹਾਰਾਜ ਨੇ ਬਣਾਇਆ, ਬਿਰਾਜਮਾਨ ਕਰਾਇਆ, ਉੱਥੇ ਹੀ ਬਿਰਾਜਮਾਨ ਹੈ। ਔਰ ਅਨੰਤ ਬ੍ਰਹਿਮੰਡ ਮਿਟ ਜਾਵਣਗੇ, ਇਹ ਸ੍ਰੀ ਅਕਾਲ ਤਖਤ ਸਾਹਿਬ ਨਹੀਂ ਮਿਟੇਗਾ, ਇੱਥੇ ਹੀ ਬਿਰਾਜਮਾਨ ਰਹੇਗਾ। ਪਰ ਹਾਂ, ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਝੁਕਾਉਣ ਦਾ, ਨੀਵਾਂ ਦਿਖਾਉਣ ਦਾ ਜਾਂ ਮਿਟਾਉਣ ਦਾ ਇਰਾਦਾ ਜਿਨ੍ਹਾਂ ਨੇ ਅੱਜ ਤੱਕ ਕੀਤਾ ਹੈ, ਇਤਿਹਾਸ ਪੜ੍ਹ ਲਓ। ਮੈਂ ਨਾਂ ਨਹੀਂ ਕਿਸੇ ਦਾ ਲੈਂਦਾ, ਆਪ ਪੜ੍ਹ ਲਓ, ਥੋੜ੍ਹੀ ਜਿਹੀ ਮਿਹਨਤ ਆਪ ਕਰ ਲਓ। ਭਾਵੇਂ ਮੱਸਾ ਰੰਗੜ ਆਇਆ, ਭਾਵੇਂ ਕੋਈ ਹੋਰ ਆਇਆ, ਜਿਸ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਟਾਉਣ ਦਾ ਯਤਨ ਕੀਤਾ ਹੈ, ਉਹ ਪੂਰੀ ਤਰ੍ਹਾਂ ਅਸਫਲ ਹੋਇਆ। ਕਿਉਂਕਿ ਅਕਾਲ ਤਖਤ ਸਾਹਿਬ ਮਿਟ ਨਹੀਂ ਸਕਦਾ ਔਰ ਮਿਟਾਉਣ ਵਾਲਾ ਕਦੀ ਬਚ ਨਹੀਂ ਸਕਦਾ। ਇਹ ਸਬੂਤ ਸਾਰੇ ਸਾਹਮਣੇ ਮੌਜੂਦ ਨੇ। ਕਾਰਨ ਕੀ ਹੈ? ਇਹ ਪੂਰੇ ਗੁਰੂ ਦੀ ਵਡਿਆਈ ਹੈ। ਇੱਥੇ ਝੁਕ ਕੇ ਆਇਆ ਝੋਲੀਆਂ ਭਰਦੀਆਂ ਨੇ, ਇੱਥੇ ਹਮਲਾਵਰ ਬਣਿਆ ਕਦੀ ਝੋਲੀਆਂ ਨਹੀਂ ਭਰਦੀਆਂ, ਝੋਲੀਆਂ ਹੀ ਖਤਮ ਹੋ ਜਾਂਦੀਆਂ ਨੇ। ਤੇ ਜਿਹੜੇ ਹੱਥਾਂ ਨਾਲ, ਜਿਹੜੇ ਗਲ ਵਿੱਚ ਝੋਲੀ ਬਣਾ ਕੇ ਪਾਉਣੀ ਹੈ, ਉਹ ਸਿਰ ਵੀ ਨਹੀਂ ਰਹਿੰਦਾ। ਸਮਝ ਆ ਜਾਵੇ ਇਸ ਗੱਲ ਦੀ ਵੀ ਗੁਰੂ ਨਾਨਕ ਦੀ ਵਡਿਆਈ ਵੱਡੀ ਹੈ। ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ। ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ। ਜਾਂ ਅਪੁੱਛਿਆ ਦਾਨ ਦੇਵ ਕਾ। ਕਿਤਨੇ ਮਹਾਂ ਬੋਲ ਨੇ ਮੇਰੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ, ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ। ਇਸ ਲਈ ਮੇਰੇ ਸਾਹਿਬ ਸਾਡੀ ਝੋਲੀ ਭਰਦੇ ਨੇ। ਨਹੀਂ ਸਮਝ ਆਈ ਵਡਿਆਈ ਜਾਂ ਨਹੀਂ ਬਰਦਾਸ਼ਤ ਹੋਈ ਵਡਿਆਈ, ਤੇ ਦਿੱਲੀ ਦੀਆਂ ਸੜਕਾਂ ਤੇ ਗੁਰੂ ਖਾਲਸੇ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ। ਬੋਕਾਰੋ ਵਿੱਚ, ਅੱਜ ਕੱਲ੍ਹ ਝਾਰਖੰਡ ਹੋ ਗਿਆ, ਪਹਿਲੇ ਬਿਹਾਰ ਦਾ ਬਿਹਾਰ ਹੀ ਸੀ। ਕਾਨਪੁਰ ਵਿੱਚ, ਇਤਿਹਾਦਕ ਹੋਰ ਸ਼ਹਿਰਾਂ ਵਿੱਚ ਤੇ 50 ਤੋਂ ਜ਼ਿਆਦਾ ਗੁਰੂ ਅਸਥਾਨਾਂ ਤੇ ਹਮਲੇ ਕੀਤੇ ਗਏ। ਪਰ ਉਹ ਹਮਲੇ ਕਰਨ ਵਾਲੇ ਹੁਣ ਕਿੱਥੇ ਨੇ? ਲੱਭੋ ਉਹਨਾਂ ਨੂੰ। ਕਿਉਂਕਿ ਜੇ ਸਮਝ ਨਾ ਆਵੇ ਤਾਂ ਫਿਰ ਮਨੁੱਖ ਇਸ ਤਰ੍ਹਾਂ ਦੇ ਕਾਰਨਾਮੇ ਅੰਜਾਮ ਦੇ ਸਕਦਾ ਹੈ। ਇਹ ਸਮਝਣ ਦੀ ਲੋੜ ਹੈ।
ਗੁਰੂ ਅੰਗਦ ਸਾਹਿਬ ਜੀ ਨੇ ਕਹਿ ਦਿੱਤਾ ਸੀ ਹਮਾਯੂ ਨੂੰ ਬਈ ਇਹ ਤਾਂ ਫਕੀਰਾਂ ਦਾ ਘਰ ਹੈ, ਇੱਥੇ ਖੰਡਾ ਨਹੀਂ ਚੁੱਕੀਦਾ, ਇੱਥੇ ਸਿਰ ਝੁਕਾ ਕੇ ਆਈਦਾ। ਖੈਰ ਮੁਕਤਸਰ ਮੈਂ ਗੁਜ਼ਾਰਿਸ਼ ਕਰਦਾ, ਸਾਹਿਬ ਫਰਮਾਨ ਕਰਦੇ ਨੇ ਪੂਰੇ ਗੁਰਖੀ ਦੇਖ ਵਡਾਈ, ਤਾਂ ਕਿ ਕੀਮਤ ਕਹਿਣ ਨਾ ਜਾਏ। ਅੱਜ ਸਾਨੂੰ ਕਹਿੰਦੇ ਨੇ ਜੀ ਤੁਸੀਂ ਇਹ ਕਿਉਂ ਬੋਲਦੇ ਹੋ, ਇਹ ਨਾ ਆਖਿਆ ਕਰੋ। ਉਹ ਕੌਣ ਦੱਸੇ, ਨਾ ਸਮਝ ਲੋਕ ਇਹ ਸਭ ਕੁਝ ਕਰ ਸਕਦੇ ਨੇ ਤੇ ਸਾਨੂੰ ਬੋਲਣ ਦਾ ਵੀ ਹੱਕ ਨਹੀਂ, ਅਸੀਂ ਬੋਲ ਵੀ ਨਹੀਂ ਸਕਦੇ। ਬੜੀਆਂ ਜ਼ਮਾਨਾਂ ਖਾਮੋਸ਼ ਹੋ ਗਈਆਂ ਤੇ ਖਾਮੋਸ਼ ਕਰਨ ਦਾ ਯਤਨ ਹੈਗਾ। ਇੱਕ ਆਲਮ ਦੇ ਦੋ ਬੋਲ ਨੇ, ਇਹ ਫੁਰਮਾਨ-ਏ ਜ਼ੁਬਾਨਬੰਦੀ, ਤੈਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਇਹ ਫੁਰਮਾਨ-ਏ ਜ਼ੁਬਾਨਬੰਦੀ, ਬਜਾ ਬਿਲਕੁਲ ਬਜਾ, लेकिन खामोशी भी लबे फरियाद बनकर बोल सकती है। ਕਿਸੇ ਹੋਰ ਦੀ ਜ਼ਬਾਨ ਬੋਲ ਦੇਵੇਗੀ ਬਈ ਇਹਨੂੰ ਬੋਲਣ ਕਿਉਂ ਨਹੀਂ ਦਿੱਤਾ ਜਾ ਰਿਹਾ, ਇਹ ਬੋਲ ਕਿਉਂ ਨਹੀਂ ਰਿਹਾ, ਕੀ ਗੱਲ ਹੈ। ਖਾਮੋਸ਼ੀ भी लबे फरियाद बनकर बोल सकती है। ਤੇ ਜੇ ਕੋਈ ਵਿਰੋਧ ਕਰੇ ਤੇ ਫਿਰ ਉਹਦੇ ਤੇ ਮੱਥੇ ਤੇ ਲੈਬਲ ਲਾ ਦਿਓ ਵੀ ਇਹ ਅੱਤਵਾਦੀ ਹੈ, ਇਹ ਫਲਾਣਾ ਹੈ, ਲਾ ਦਿਓ ਲੈਬਲ। नहीं, सच्चाई ये है श्री गुरु दयाल की दया न आन देव में, जो खंड ब्रह्मंड उदय अस्तलो ताई है। फिर साडे धार्मिक मामलिਆਂ ਵਿੱਚ बिना कारण दखल अंदाजी, साडी मर्यादा ਵਿੱਚ बिना कारण दखल अंदाजी, साडे अस्थानां ਵਿੱਚ बिना कारण दखल अंदाजी, समझ नहीं आती भी गल की है। तो फिर जे कोई विरोध करे तो फिर कहणगे जी ये तो विरोधी ने, ये तो कोई भी होर लैबल ला देंदे ने। पर कौन दसे, जो बीजोगे वो तो वढ़ना ही पड़ेगा। तुमने हर खेत में इंसानों के सर बोए हैं, जब धरती खून उगलेगी तो परेशान क्यों होगे। जिहा बीजे सो लुणे, कर्मा संदड़ा खेत। ते सानू भी समझ नहीं आई, असी भी बड़िया डेरियां ते फिरदे पे हाँ। डेरे तो मुराद ये ना ला लेना भी जेड़े साडियां टकसालां ने उन्हां नूं भी कई डेरे ही कह दिंदे ने। गुरु ग्रंथ साहब नाल जोड़न वाले, अमृत संचार करन वाले, बाणी सिखाण वाले, ये डेरे नहीं है कि ये साडियां टकसालां ने। डेरियां वाले जिहड़े ने ना आप गुरु बने बैठे ने, सिखां नूं गुरु ग्रंथ साहब नालों तोड़ रहे ने, हिंदुआं नूं उन्हां दे वेदाचारियां नालों, वेदां नालों, शास्त्रां नालों तोड़ रहे ने, मुसलमानां नूं कुरान नालों तोड़ रहे ने, ईसाइयां नूं बाइबल नालों तोड़ रहे ने, ते अपणियां वोटां दी मंडी बना के ते सिर्फ वोट सेल करते ने, मंडियां बणियां होईयां। महाराज जी दे सिख नूं ये समझ आवे कि असी अपने गुरु नाल जुड़ीए, हिंदू वीरां नूं समझ आवे भी इन्हां पखंडी डेरेदारां तो बच के बलात्कारी ने, दुराचारी ने, जेलां च बैठे दिखदा ही पिया, फिर पता नहीं क्यों दीवे जगाई जांदे। समझ आ जाए भी असी अपने महापुरखां, अपने अवतारां, श्री राम श्री कृष्ण जिन्हां नूं भगवान करके मन्निया गया, उन्हां नाल तोड़ के ते अपने नाल जोड़ रहे हैं। हिंदुआं नूं भी ये समझ आवे, मुसलमानां नूं भी ये समझ आवे, ईसाइयां नूं भी ये समझ आवे, ते सानूं सिखां नूं भी समझ आ जाए भी गुरु ग्रंथ साहब वर्गा होर दुनिया ते है कोई। जे नहीं समझ आवेगी तो फिर खुआर ही होवांगे। बड़े गहरे बचन ने पातशाह जी दे, आओ सरवण करिए ते नाले अखरी अर्थ विचारन दा यतन करिए। पेशतर एक बारी आखो धन गुरु अर्जन देव जी महाराज। एक बारी फिर आखो जी धन गुरु अर्जन देव जी महाराज। सतनाम श्री वाहे गुरु साहिब जी।
ਸੋਰਠ ਮਹੱਲਾ ਪੰਜਵਾ। ਸੋਰਠ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦੇ ਗੁਰੂ ਨਾਨਕ ਦੇ 5ਵੇਂ ਜਾਮੇ ਸਮੇਂ ਇਹ ਅਕਾਲ ਪੁਰਖ ਦੇ ਬੋਲ ਪ੍ਰਗਟ ਹੋਏ ਹਨ। ਮਿਰਤਕ ਕਉ ਪਾਇਓ ਤਨ ਸਾਸਾ, ਬਿਸ਼ੁਰਤ ਆਨ ਮਿਲਾਇਆ। ਜਿਸ ਨੂੰ ਗੁਰੂ ਦੀ ਸਮਝ ਨਹੀਂ, ਨਾਮ ਨਾਲ ਜੁੜਿਆ ਨਹੀਂ, ਉਸ ਨੂੰ ਮੁਰਦਾ ਹੀ ਜਾਣੋ। ਕਿਉਂਕਿ ਬਿਨਾਂ ਨਾਮ ਤੋਂ ਮਨੁੱਖ ਦੀ ਜ਼ਮੀਰ ਤੇ ਮੁਰਦਾ ਹੀ ਹੈ। ਜ਼ਿੰਦਾ ਜ਼ਮੀਰ ਵਾਲੇ ਤਾਂ ਉਹ ਹੀ ਨੇ ਜਿਹੜੇ ਨਾਮ ਨਾਲ ਜੁੜੇ ਹੋਏ। ਉਹਨਾਂ ਕੋਲ ਵਸੀਲੇ ਭਾਵੇਂ ਘੱਟ ਹੋਣ, ਸਦਾ ਉੱਚੀ ਹੁੰਦੀ। ਕਬੀਰ ਜੀਆਂ ਕੋਲ ਕੋਈ ਵਸੀਲਾ ਹੀ ਨਹੀਂ, ਪਰ ਅੰਦਰੋਂ ਨਾਮ ਨਾਲ ਜੁੜੇ ਹੋਣ ਕਰਕੇ ਜਗ ਗਏ, ਜਿਉਂਦੇ ਹੋ ਗਏ। ਬਾਕੀ ਸੰਸਾਰ ਮਰਿਆਂ ਵਰਗਾ ਹੈ। ਮਹਾਰਾਜ ਜੀ ਦੇ ਬੋਲ ਹਨ, ਸੋ ਜੀਵਿਆ ਜਿਸ ਮਨ ਵਸਿਆ, ਸੋਏ ਨਾਨਕ ਅਵਰ ਨ ਜੀਵੈ ਕੋਏ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਸ ਖਾਏ। ਤੇ ਪਤ ਨਾਮ ਤੋਂ ਬਿਨਾਂ ਲੈਂਦੀ ਹੈ। ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਮੈ ਪਤ ਗਿਆ ਗਵਾਏ। ਜੇ ਨਾਮ ਨਹੀਂ ਹੈ ਤੇ ਫਿਰ ਬੇਪਤਾ ਹੈ, ਫਿਰ ਮਰਿਆ ਹੋਇਆ, ਮਰੀ ਜ਼ਮੀਰ ਵਾਲਾ ਇਨਸਾਨ ਹੈ। ਤੇ ਗੁਰੂ ਦੀ ਵਡਿਆਈ ਇਹ ਹੈ ਕਿ ਨਾਮ ਦੀ ਦਾਤ ਦੇ ਕੇ ਤੇ ਮਰਿਆ ਹੋਇਆਂ ਵਿੱਚ ਸਵਾਸ ਚਲਾ ਦਿੱਤੇ, ਜ਼ਿੰਦਗੀ ਰੁਮਕਣ ਲੱਗ ਪਈ। ਮਿਰਤਕ ਕੋ ਪਾਇਓ ਤਨ ਸਾਸਾ, ਵਿਛੜਤ ਆਨ ਮਿਲਾਇਆ। ਇਸ ਵਿਛੜੇ ਹੋਏ ਨੂੰ, ਭਟਕਦੇ ਹੋਏ ਨੂੰ ਲਿਆ ਕੇ ਤੇ ਪਰ ਬ੍ਰਹਮ ਪਰਮੇਸ਼ਵਰ ਨਾਲ ਮਿਲਾ ਦਿੱਤਾ, ਗੁਰੂ ਨਾਲ ਮਿਲਾ ਦਿੱਤਾ। ਪਸੂ ਪਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਜਿਹੜੇ ਪਸ਼ੂ ਬਿਰਤੀ ਵਾਲੇ ਸੜਨਾ, ਭਾਵ ਮੰਨਣਾ ਨਹੀਂ, ਕਿਸੇ ਗੱਲ ਨਾਲ ਸਹਿਮਤ ਹੀ ਨਹੀਂ ਹੋਣਾ, ਪਸ਼ੂ ਬਿਰਤੀ ਇਹ ਹੀ ਹੈ। ਕਮਜ਼ੋਰ ਨੂੰ ਦੇਖ ਕੇ ਉਹਨੂੰ ਮਾਰਨ ਕੁੱਟਣ ਲੱਗ ਪੈਣਾ, ਹਮਲਾਵਰ ਹੋ ਜਾਣਾ। ਤੇ ਤਾਕਤ ਵਾਲਾ ਦੇਖ ਕੇ ਦੁਮ ਦਬਾ ਕੇ ਦੌੜ ਜਾਣਾ, ਇਹਨੂੰ ਪਸ਼ੂ ਬਿਰਤੀ ਕਹਿੰਦੇ ਨੇ। ਇਸੇ ਤਰ੍ਹਾਂ ਮੂਰਖ ਬਿਰਤੀ, ਵੀ ਜੋ ਮਰਜ਼ੀ ਹੋਵੇ ਗੱਲ ਆਪਣੀ ਕਰਨੀ ਹੈ। ਮਾਤਾ ਭੈਂਸਾ ਅਮੋਆ ਜਾਏ, ਮੰਨਦਾ ਨਹੀਂ, ਅਮੋੜ ਹੈ, ਕਿਸੇ ਦੀ ਗੱਲ ਮੰਨਣ ਲਈ ਤਿਆਰ ਨਹੀਂ। ਬੜੇ ਮਹਾਂਬੋਲ ਨੇ ਸਾਹਿਬ ਜੀਆਂ ਨੇ ਸਾਡੀ ਝੋਲੀ 'ਚ ਪਾਏ। ਪਸ਼ੂ ਪ੍ਰੇਤ ਬਿਰਤੀ ਵਾਲੇ ਲੋਕ ਦਿਨ ਰਾਤ ਕਲੇਸ਼ ਹੀ ਪਾਈ ਰੱਖਦੇ ਨੇ। ਜਿੱਥੇ ਜਾਣਗੇ ਉੱਥੇ ਕਲੇਸ਼ ਹੀ ਪਾਉਣਗੇ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ। ਫਿਰ ਮਹਾਰਾਜ ਦੀ ਮਿਹਰ ਹੋਈ, ਗੁਰੂ ਦਾ ਬਖਸ਼ਿਆ ਹੋਇਆ ਨਾਮ ਮੁਖ ਦੁਆਰਾ ਗਾਇਆ ਜਪਿਆ ਗਿਆ। ਜਿਹੜਾ ਨਾਮ ਗੁਰੂ ਨੇ ਬਖਸ਼ਿਆ ਹੈ, ਫਿਰ ਇਹ ਸੁਣਨ ਲੱਗ ਪਏ, ਗੱਲ ਸਮਝ ਆਉਣ ਲੱਗ ਪਈ। ਪੂਰੇ ਗੁਰ ਕੀ ਦੇਖ ਵਡਾਈ। ਭਾਈ ਪੁਰਖਾ ਉਸ ਪੂਰੇ ਗੁਰੂ ਦੀ ਵਡਿਆਈ ਵੱਲ ਧਿਆਨ ਦੇ, ਉਸ ਦੀ ਮਹਾਨਤਾ ਵੱਲ ਧਿਆਨ ਦੇ। ਤਾ ਕੀ ਕੀਮਤ ਕਹਿਣ ਨਾ ਜਾਈ। ਉਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਭਾਰਤ ਨਹੀਂ, ਸਾਰੀ ਦੁਨੀਆ ਦਾ ਇਤਿਹਾਸ ਪੜ੍ਹੋ, ਬਈ ਕਿਸੇ ਮਨੁੱਖਤਾ ਦੇ ਭਲੇ ਲਈ ਆਪਣਾ ਸਿਰ ਦਿੱਲੀ ਜਾ ਕੇ ਕਟਵਾਇਆ ਹੋਵੇ, ਪੜ੍ਹ ਕੇ ਦੱਸ ਦਿਓ। ਕਿਸੇ ਨੇ ਆਪਣੇ ਚਾਰੇ ਸਾਹਿਬਜ਼ਾਦੇ ਮਨੁੱਖਤਾ ਦੇ ਭਲੇ ਲਈ, ਕਮਜ਼ੋਰ ਦੀ ਬਾਂਹ ਫੜਨ ਲਈ ਸਦਕੇ ਕਰ ਦਿੱਤੇ ਹੋਵਣ। ਆਪਣਾ ਮਾਤਾ ਪਿਤਾ ਸਦਕੇ ਕਰ ਦਿੱਤਾ ਹੋਵੇ ਤੇ ਆਪਣਾ ਆਪਾ ਵੀ ਸਦਕੇ ਕਰ ਦਿੱਤਾ ਹੋਵੇ। ਇਹ ਵਡਿਆਈ ਦੁਨੀਆ ਵਿੱਚ ਬਹੁਤ ਮਹਾਨ ਸ਼ਹੀਦ ਹੋਏ ਨੇ, ਸਨਮਾਨਯੋਗ ਲੋਕ ਹੋਏ ਨੇ, ਪਰ ਆਪਣਾ ਸਾਰਾ ਪਰਿਵਾਰ ਭੇਟ ਕਰਨ ਵਾਲਾ ਇਸ ਰੂਏ ਜ਼ਮੀਨ ਤੇ ਕੋਈ ਹੈ, ਉਹ ਹੋਰ ਕੋਈ ਨਹੀਂ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਫਿਰ ਉਹਨਾਂ ਦੀ ਵਡਿਆਈ ਦਿਖਾਈ ਹੀ ਨਾ ਪਵੇ ਤੇ ਹੋਵੇ ਸਿੱਖ ਤੇ ਬੈਠਾ ਹੋਵੇ ਨਾਈ ਦੀ ਦੁਕਾਨ ਤੇ, ਫਿਰ ਕੀ ਆਖੋਗੇ ਵੀ ਇਹਨੂੰ ਵਡਿਆਈ ਦਿਖਾਈ ਪੈ ਗਈ। ਹੋਵੇ ਸਿੱਖ
ਤੇ ਗੁਰੂ ਨੇ ਦਾੜਾ ਸਫੈਦ ਕੀਤਾ ਹੋਵੇ ਤੇ ਖਿਜ਼ਾਬ ਲਿਆ ਕੇ ਤੇ ਮੂੰਹ ਤੇ ਆਪੇ ਹੀ ਮਲ ਰਿਹਾ ਹੋਵੇ, ਕੀ ਆਖੋਗੇ? ਇਹਨੂੰ ਵਡਿਆਈ ਸਮਝ ਆ ਗਈ। ਤੇ ਫਿਰ ਜੇ ਕੋਈ ਕਵੇ ਭਈ ਇਹ ਬੇਅਦਬੀ ਨਾ ਕਰ ਤੇ ਫਿਰ ਮੰਨੇ ਹੀ ਨਾ, ਜੀ ਨਹੀਂ ਮੈਂ ਤਾਂ ਕਦੀ ਰੰਗ ਲਾਇਆ ਹੀ ਨਹੀਂ। ਹਾਂ ਕਾਲਾ ਰੰਗ ਤਾਂ ਤੂੰ ਲਾਇਆ, ਪਰ ਜਿਹੜਾ ਰੰਗ ਗੁਰੂ ਨੇ ਦਿੱਤਾ ਉਹ ਤੂੰ ਕਦੀ ਨਹੀਂ ਲਾਇਆ, ਉਹ ਦਿਖਦਾ ਪਿਆ। ਕਾਰਨ ਇਹ ਹੈ ਗੁਰੂ ਦੀ ਵਡਿਆਈ ਸਮਝ ਨਹੀਂ ਆਈ, ਇਸ ਕਰਕੇ ਜੀਵਨ ਦੁੱਖਾਂ ਨਾਲ ਭਰਿਆ ਹੋਇਆ, ਪਸ਼ੂ ਪ੍ਰੇਤ ਤੇ ਮੁਗਧ ਮੂਰਖ ਵਰਗਾ ਬਣਿਆ ਹੋਇਆ ਹੈ। ਰਹਾਉ ਇਹ ਮਰਕਜ਼ੀ ਬੋਲ ਹਨ। ਦੁਖ ਸੋਗ ਕਾ ਢਾਹਿਓ ਡੇਰਾ। ਗੁਰੂ ਨੇ ਆਪਣਾ ਨਾਮ ਦੇ ਕੇ ਗੁਰੂ ਦੀ ਵਡਿਆਈ ਪਾਰ ਬ੍ਰਹਮ ਪਰਮੇਸ਼ਵਰ ਨਾਲ ਜੋੜ ਕੇ ਤੇ ਸਾਡੇ ਜੀਵਨ 'ਚ ਜਿਹੜੇ ਦੁੱਖ ਤੇ ਸੋਗ, ਉਦਾਸੀਆਂ, ਚਿੰਤਾਵਾਂ, ਗਮਗੀਨੀਆਂ ਆਪਣਾ ਟਿਕਾਣਾ ਬਣਾਈ ਬੈਠੀਆਂ ਸਨ, ਉਹ ਗੁਰੂ ਨੇ ਢਾਹ ਦਿੱਤਾ ਤੇ ਆਨੰਦ ਮੰਗਲ ਦਾ ਟਿਕਾਣਾ ਸਾਡਾ ਹਿਰਦਾ ਬਣਾ ਦਿੱਤਾ। ਦੁੱਖ ਸੋਗ ਕਾ ਢਾਇਓ ਡੇਰਾ, ਆਨੰਦ ਮੰਗਲ ਬਿਸਰਾਮਾ, ਤੇ ਮਨ ਵਿੱਚ ਖੁਸ਼ੀਆਂ ਤੇ ਟਿਕਾਓ ਬਣ ਗਿਆ। ਮਨ ਬਾਸ਼ਤ ਫਲ ਮਿਲੇ ਅਚਿੰਤਾ, ਪੂਰਨ ਹੋਏ ਕਾਮਾ। ਤੇ ਜੋ ਮਨ ਚਾਹੁੰਦਾ ਸੀ ਉਹ ਸੁਤੇ ਸਿੱਧੀ ਪ੍ਰਾਪਤ ਹੋ ਗਿਆ। ਕਦੀ ਗਹਿਰਾਈ ਨਾਲ ਦੇਖਣਾ, ਜਿਹੜਾ ਬੰਦਾ ਭਟਕਿਆ ਹੋਇਆ ਨਾ, ਰਸਤੇ ਦਾ ਨਹੀਂ ਪਤਾ, ਉਹ ਹੋਰ ਕੁਛ ਨਹੀਂ ਲੱਭ ਰਿਹਾ, ਉਹ ਆਪਣਾ ਟਿਕਾਣਾ, ਆਪਣਾ ਘਰ ਹੀ ਲੱਭਦਾ ਪਿਆ। ਹਾਂ ਉਹਦਾ ਭਟਕਾਓ ਕਿੰਨੀ ਦੇਰ ਦਾ ਹੋ ਜਾਏ ਗੱਲ ਵੱਖਰੀ। ਸਾਡਾ ਮਨ ਜਿਹੜਾ ਵਾਸਨਾ ਵਿੱਚ, ਪਦਾਰਥਾਂ ਵਿੱਚ ਸੁੱਖ ਲੱਭਦਾ ਪਿਆ ਨਾ, ਅਸਲ ਵਿੱਚ ਇਹ ਭਟਕਦਾ ਪਿਆ, ਗਲੀਆਂ ਗਲੀਆਂ ਭਰਮ ਰਿਹਾ ਹੈ। ਇਹ ਲੱਭਦਾ ਪਰਮਾਤਮਾ ਨੂੰ ਹੀ ਹੈ, ਹੋਰ ਕਿਸੇ ਨੂੰ ਨਹੀਂ ਲੱਭਦਾ। ਮਨ ਦੀ ਇੱਛਾ ਪਰਮਾਤਮਾ ਨਾਲ ਮਿਲਣਾ ਹੈ, ਮਨ ਦੀ ਕਾਮਨਾ ਪਰਮਾਤਮਾ ਨਾਲ ਮਿਲਣਾ ਹੈ। ਇਸ ਲਈ ਮਨ ਬਾਸਤ ਫਲ ਮਿਲੇ ਅਚਿੰਤਾ, ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਤੇ ਪੂਰਨ ਹੋਏ ਕਾਮਾ, ਇਹ ਜੀਵਨ ਦਾ ਮਕਸਦ ਸਫਲ ਹੋ ਗਿਆ। ਈਹਾ ਸੁਖ ਆਗੈ ਮੁਖ ਉਜਲ। ਤੇ ਗੁਰੂ ਦੀ ਵਡਿਆਈ ਨਾਲ ਜੁੜਿਆ, ਗੁਰੂ ਦੇ ਹਿਰਦੇ ਦੀ ਦਇਆ ਸਿੱਖ ਵਿੱਚ ਆ ਜਾਂਦੀ ਹੈ, ਪ੍ਰੇਮ ਸਿੱਖ ਦੇ ਹਿਰਦੇ 'ਚ ਆ ਜਾਂਦਾ ਹੈ। ਇਹੀ ਤਾਂ ਕਾਰਨ ਹੈ ਬਹਾਦਰ ਬਾਬਾ ਵਿਧੀ ਚੰਦ ਜੀ ਨੂੰ ਭਾਈ ਰੂਪਾ ਜੀ ਦੇ ਅਸਥਾਨ ਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਲ ਨਾਲ ਲਾ ਲਿਆ ਤੇ ਆਖਣ ਲੱਗੇ, ਵਿਧੀ ਚੰਦ ਸੀਨਾ ਗੁਰੂ ਕਾ ਸੀਨਾ। ਇਹਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਇਹਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ। ਮਿਟ ਗਏ ਆਵਣ ਜਾਣੇ। ਇੱਥੇ ਜੀਵਨ ਸੁੱਖ ਨਾਲ ਭਰ ਗਿਆ ਤੇ ਅੱਗੇ ਮੁਖ ਉਜਲਾ ਹੋ ਗਿਆ ਤੇ ਜੰਮਣ ਮਰਨ ਦਾ ਗੇੜ ਖਤਮ ਹੋਇਆ। ਨਿਰਭਉ ਭਏ ਹਿਰਦੈ ਨਾਮ ਵਸਿਆ। ਫਿਰ ਡਰ ਨਾ ਰਿਹਾ ਵੀ ਹਾਏ ਜੇ ਮੈਂ ਇਹ ਕਹਿ ਦਿੱਤਾ ਤੇ ਫਲਾਣਾ ਕੀ ਕਹਿ ਦੇਵੇਗਾ। ਨਿਰਭਉ ਹੋ ਗਿਆ, ਰਿਜ਼ਕ ਦੀ ਚਿੰਤਾ ਨਾ ਰਹੀ, ਨਿਰਭਉ ਹੋ ਗਿਆ। ਪਦਵੀਆਂ ਦੀ ਚਿੰਤਾ ਨਾ ਰਹੀ, ਨਿਰਭਉ ਹੋ ਗਿਆ। ਨਿਰਭਉ ਭਏ ਹਿਰਦੈ ਨਾਮ ਵਸਿਆ। ਜਦ ਗੁਰੂ ਦੁਆਰਾ ਬਖਸ਼ਿਆ ਹੋਇਆ ਨਾਮ ਮਨ ਵਿੱਚ ਵਸ ਗਿਆ ਤਾਂ ਮਨ ਨਿਰਭੈਤਾ ਨਾਲ ਭਰ ਗਿਆ। ਮਹਾਰਾਜ ਜੀ ਦੇ ਬੜੇ ਸੋਹਣੇ ਬਚਨ ਨੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਨਿਰਭਉ ਭਏ ਹਿਰਦੈ ਨਾਮ ਵਸਿਆ, ਆਪਣੇ ਸਤਿਗੁਰ ਕੈ ਮਨ ਪਾਣੇ। ਤੇ ਗੁਰੂ ਨੂੰ ਵੀ ਐਸੇ ਜੀਵਨ ਵਾਲੇ ਚੰਗੇ ਲੱਗਣ ਲੱਗ ਪਏ। ਉਠਤ ਬੈਠਤ ਹਰ ਗੁਣ ਗਾਵੈ। ਜੁੜ ਗਿਆ ਉਹਦਾ ਅਧੂਰਾਪਨ ਮੁੱਕ ਜਾਏਗਾ। ਜਿਸ ਦਾ ਮਨ ਗੁਰੂ ਦੇ ਨਾਮ ਨਾਲ ਜੁੜ ਜਾਂਦਾ ਹੈ, ਗੁਰੂ ਦੇ ਚਰਨਾਂ ਨਾਲ ਲੱਗ ਜਾਂਦਾ ਹੈ, ਸਾਹਿਬ ਪਾਤਸ਼ਾਹ ਮਿਹਰਾਂ ਕਰ ਦੇਵਣ, ਬਖਸ਼ਿਸ਼ਾਂ ਭਰਿਆ ਹੱਥ ਰੱਖ ਕੇ ਨਿਵਾਜਣ ਸਾਰਿਆਂ ਨੂੰ, ਤੇ ਸਾਡਾ ਗੁਰੂ ਦੇ ਬਚਨ ਸੁਣਦਿਆਂ
ਇਹ ਵਿਸ਼ਵਾਸ ਬਣ ਜਾਏ ਕਿ ਗੁਰੂ ਗ੍ਰੰਥ ਸਾਹਿਬ ਵਰਗੀ ਵਡਿਆਈ ਕਿਸੇ ਦੀ ਨਹੀਂ। ਥੋੜੇ ਦਿਨ ਇਹ ਕਹਿਣ ਲੱਗ ਪਓ, ਚੱਲਦਿਆਂ ਫਿਰਦਿਆਂ ਇੰਨਾ ਕੁਛ ਹੀ ਕਹੋ ਵੀ ਤੁਹਾਨੂੰ ਸੁਣ ਜਾਏ ਬਈ ਗੁਰੂ ਗ੍ਰੰਥ ਸਾਹਿਬ ਵਰਗੀ ਵਡਿਆਈ ਕਿਸੇ ਦੀ ਨਹੀਂ। ਸਮਝ ਆਵੇ ਨਾ ਆਵੇ ਕਹਿਣਾ ਸ਼ੁਰੂ ਕਰੋ, ਚੱਲਦਿਆਂ ਫਿਰਦਿਆਂ। ਫਿਰ ਭੋਜਨ ਸਾਹਮਣੇ ਆ ਜਾਏ, ਇਹ ਗੁਰੂ ਗ੍ਰੰਥ ਸਾਹਿਬ ਤੁਹਾਡੀ ਵਡਿਆਈ ਹੈ। ਤੁਸੀਂ ਭੋਜਨ ਦਿੱਤਾ ਹੈ, ਤੁਸੀਂ ਬਸਤਰ ਦਿੱਤੇ ਨੇ, ਤੁਸੀਂ ਮਾਣ ਸਨਮਾਨ ਦਿੱਤਾ ਹੈ। ਇਸ ਤਰ੍ਹਾਂ ਗੁਰੂ ਦੀ ਵਡਿਆਈ, ਗੁਰੂ ਦੀ ਵਡਿਆਈ ਕਹਿੰਦਿਆਂ ਕਹਿੰਦਿਆਂ ਗੁਣ ਕਹਿ ਗੁਣੀ ਸਮਾਵਣਿਆ, ਇੱਕ ਦਿਨ ਗੁਰੂ ਦੀਆਂ ਵਡਿਆਈਆਂ ਸਾਡੇ ਹਿਰਦੇ 'ਚ ਆ ਜਾਣਗੀਆਂ। ਸਾਹਿਬ ਐਸੀ ਮਿਹਰ ਨਾਲ ਸਾਰਿਆਂ ਨੂੰ ਨਿਵਾਜਣ ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪਨੇ ਸਰਵਣ ਕੀਤਾ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ, ਨਿਮਾਣੇ ਸੇਵਕਾਂ ਦੀ ਝੋਲੀ 'ਚ ਫਰਾਗ ਦਿਲੀ ਨਾਲ ਪਾ ਦੇਣਾ। ਆਓ ਫਤਿਹ ਤੋਂ ਪਹਿਲੇ ਇਹ ਦੋ ਪੰਕਤੀਆਂ ਇਸ ਪਾਵਨ ਸ਼ਬਦ ਦੀਆਂ ਆਖਿਰ ਵਾਲੀਆਂ ਸਾਰੇ ਰਲ ਕੇ ਪੜ੍ਹੀਏ। ਹਾਂਜੀ। ਊਠਤ ਬੈਠਤ ਹਰ ਗੁਣ ਗਾਵੇ, ਦੁਖ ਦਰਦ ਭ੍ਰਮ ਭਾਗਾ, ਕਹੋ ਨਾਨਕ ਤਾਕੇ ਪੂਰ ਕਰਮਾ, ਜਾ ਕਾ ਗੁਰ ਚਰਣੀ ਮਨ ਲਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।